घरे बह के करो यारा ना गल्ला। 9X Station लॉकडाउन स्पेशल। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਯੰਗ ਵੀਰ ਤੇ 9X ਸਟੇਸ਼ਨ ਲੋਕਡਾਊਨ ਸਪੈਸ਼ਲ ਦੇ ਇਸ ਫਰੈਸ਼ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਵੈਲਕਮ ਆ। ਔਰ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਲੋਕਡਾਊਨ ਕੀਤਾ ਜਾ ਸਕਦਾ, ਪਰ ਇਨਸਾਨ ਦੀ ਸੋਚ ਨੂੰ, ਇਨਸਾਨ ਦੇ ਚੰਗੇ ਵਿਚਾਰਾਂ ਨੂੰ ਲੋਕਡਾਊਨ ਨਹੀਂ ਕੀਤਾ ਜਾ ਸਕਦਾ। ਔਰ ਇਹ ਸਿਆਣੀਆਂ ਗੱਲਾਂ ਮੈਂ ਅੱਜ ਇਸ ਲਈ ਕਰ ਰਿਹਾ ਕਿਉਂਕਿ ਅੱਜ 9X ਸਟੇਸ਼ਨ ਲੋਕਡਾਊਨ ਸਪੈਸ਼ਲ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਸਾਡੇ ਨਾਲ ਇੱਕ ਐਸਾ ਸ਼ਖਸ, ਇੱਕ ਐਸਾ ਸ਼ਾਇਰ, ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਦੀ ਕਿਸੇ ਗੱਲ ਦਾ ਰੱਬ ਵੀ ਨਹੀਂ ਕਰ ਸਕਦਾ ਇਤਰਾਜ਼, ਸਾਡੇ ਨਾਲ ਵਨ ਐਂਡ ਓਨਲੀ ਡਾਕਟਰ ਸਿੰਧੂ ਸਰਤਾਜ। ਭਾਈ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ 9X ਸਟੇਸ਼ਨ ਲੋਕਡਾਊਨ ਸਪੈਸ਼ਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਥੈਂਕ ਯੂ ਵੈਰੀ ਮਚ। ਭਾਈ ਸਭ ਤੋਂ ਪਹਿਲਾਂ ਤਾਂ ਲੋਕਡਾਊਨ ਕਿਵੇਂ ਗੁਜ਼ਰ ਰਿਹਾ ਤੁਹਾਡਾ? ਤੁਸੀਂ ਕੀ ਕਰ ਰਹੇ ਹੋ ਘਰੇ ਰਹਿ ਕੇ? ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਪਾਓ। ਅਸੀਂ ਬਸ ਆਪਣੀ ਨਜ਼ਮਗਾਹ ਚ ਆ ਜੀ, ਕ੍ਰੀਏਟੀਵਿਟੀ ਕਰਦੇ ਆ, ਸ਼ਾਇਰੀ ਕਰਦੇ ਆ, ਰਿਆਜ਼ ਕਰਦੇ ਆ, ਰਿਕਾਰਡਿੰਗਸ ਕਰਦੇ ਆ ਐਂਡ ਹਾਂਜੀ ਸਾਰਾ ਕੁਝ ਜੋ ਐਜ਼ ਯੂਜ਼ੁਅਲ ਕਿਸੇ ਫਨਕਾਰ ਦਾ ਕੰਮ ਹੁੰਦਾ ਉਹ ਹੀ ਕਰ ਰਹੇ ਆ। ਔਰ ਭਾਜੀ ਕਿਤੇ ਨਾ ਕਿਤੇ ਤੁਹਾਡਾ ਨੇਚਰ ਨਾਲ ਬਹੁਤ ਪਿਆਰ ਆ, ਕੁਦਰਤ ਨਾਲ ਬਹੁਤ ਪਿਆਰ ਆ। ਇਹਨਾਂ ਦਿਨਾਂ ਦੇ ਵਿੱਚ ਉਹ ਸੀਨਰੀਆਂ ਜਿਹੜੀਆਂ ਹੈਗੀਆਂ ਕੁਦਰਤ ਦੀਆਂ, ਉਹਨਾਂ ਨੂੰ ਕਿੰਨੀਆਂ ਕੁ ਮਿਸ ਕਰ ਰਹੇ ਹੋ ਤੇ ਕਿਹੜੀਆਂ ਸੀਨਰੀਜ਼ ਐਸੀਆਂ ਜਿਹੜੀਆਂ ਦਿਮਾਗ ਦੇ ਵਿੱਚ ਅੱਖਾਂ ਸਾਹਮਣੇ ਘੁੰਮ ਰਹੀਆਂ? ਹੁਣ ਤੇ ਆਲਮ ਇਹੋ ਜਿਹਾ ਬਣ ਗਿਆ ਕਿ ਹਰ ਜਗ੍ਹਾ ਹੀ ਸੀਨਰੀਜ਼ ਹੋ ਗਈਆਂ ਨੇ। ਤੁਹਾਡੇ ਘਰ ਦੇ ਵਿੱਚ ਪੰਛੀ ਬੋਲ ਰਹੇ ਨੇ ਜੀ, ਹਨਾ, ਆਸਮਾਨ ਕਿੰਨਾ ਸਾਫ਼ ਹੋ ਗਿਆ, ਜ਼ਿਆਦਾ ਨੀਲਾ ਹੋ ਗਿਆ ਔਰ ਹਵਾਵਾਂ ਬਹੁਤ ਸਾਫ਼ ਹੋ ਗਈਆਂ ਨੇ, ਵੈਦਰ। ਸੋ ਇਸ ਕਰਕੇ ਹੁਣ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਜੇ ਕਾਇਨਾਤ ਦੇ ਵਿੱਚ ਅਸੀਂ ਇੰਨਾ ਗੌਰ ਕਰੀਏ, ਨੇਚਰ ਦਾ, ਕੁਦਰਤ ਦਾ ਖਿਆਲ ਰੱਖੀਏ ਤੇ ਹਮੇਸ਼ਾ ਦੇ ਲਈ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਸ਼ਾਇਦ ਤੁਹਾਡੇ ਘਰ ਹੀ ਫਿਰਦੌਸ ਬਣ ਜਾਣ, ਜੰਨਤ ਬਣ ਜਾਣ। ਔਰ ਭਾਜੀ ਅਕਸਰ ਫਨਕਾਰਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕੁਝ ਲੋਕਾਂ ਦੀ ਕਿ ਤੁਸੀਂ ਸਾਨੂੰ ਵਕਤ ਨਹੀਂ ਦਿੰਦੇ, ਸਾਡੇ ਕੋਲ ਵਕਤ ਦੀ ਕਮੀ ਹੁੰਦੀ ਆ। ਸੋ ਕੁਝ ਐਸੇ ਇਨਸਾਨ ਤੁਹਾਡੀ ਜ਼ਿੰਦਗੀ 'ਚ ਵੀ ਹੈਗੇ ਆ ਜਿਨ੍ਹਾਂ ਨੂੰ ਇਸ ਲੋਕਡਾਊਨ ਦੇ ਦੌਰਾਨ ਤੁਸੀਂ ਪ੍ਰੋਪਰ ਵਕਤ ਦੇ ਰਹੇ ਹੋ? ਨਹੀਂ, ਵੈਸੇ ਉਹ ਜਿਹੜੇ ਵੀ ਤੁਹਾਡੇ ਐਕਚੁਅਲੀ ਆਪਣੇ ਲੋਕ ਹੁੰਦੇ ਆ, ਉਹ ਤੁਹਾਡੀਆਂ ਚੀਜ਼ਾਂ ਨੂੰ ਸਮਝਦੇ ਹੋਣਗੇ, ਤੁਹਾਡੀਆਂ ਮਸਰੂਫੀਅਤ ਨੂੰ, ਤੁਹਾਡੇ ਬਿਜ਼ਨਸ ਨੂੰ, ਸਕੈਜੂਲਸ ਨੂੰ। ਸੋ ਇਸ ਕਰਕੇ ਉਹ ਜਨਰਲੀ ਨਹੀਂ ਕਹਿੰਦੇ। ਜਿਹੜੇ ਐਕਚੁਅਲੀ ਆਪਣੇ ਹੁੰਦੇ ਆ, ਜਿਹੜੇ ਇਨ ਬਿਟਵੀਨ ਆਪਣੇ ਹੁੰਦੇ ਆ, ਉਹ ਜ਼ਾਹਰੀ ਗੱਲ ਹੈ ਕਹਿ ਦਿੰਦੇ ਹੋਣਗੇ। ਤੇ ਪਰ ਚੰਗੀ ਗੱਲ ਇਹੀ ਆ ਕਿ ਵਕਤ ਜ਼ਰੂਰ ਦੇਣਾ ਚਾਹੀਦਾ, ਪਰ ਜਿਹੜਾ ਤੁਹਾਡਾ ਕੰਮ ਆ ਉਹਨੂੰ ਵੀ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ। ਸੋ ਇਸ ਕਰਕੇ ਇੱਕ ਬਹੁਤ ਹੀ ਵੱਡਾ ਬੈਲੈਂਸ ਹੁੰਦਾ, ਇਹ ਬਹੁਤ ਹੀ ਮਲੂਕ ਜਿਹੀ ਚੀਜ਼ ਹੈ ਇਹ। ਸੋ ਇਹਨੂੰ ਮੇਨਟੇਨ ਕਰਕੇ ਰੱਖਣਾ ਪੈਂਦਾ ਕਿ ਤੁਹਾਡੀ ਜਿਹੜੀ ਆ ਸਾਂਝ ਆ ਦੋਸਤਾਂ ਮਿੱਤਰਾਂ ਦੀ, ਰਿਸ਼ਤੇਦਾਰੀਆਂ ਦੀ, ਉਹ ਵੀ ਬਰਕਰਾਰ ਰਹੇ। ਤੁਹਾਡੇ ਜਿਹੜੀ ਕਿੱਤੇ ਨਾਲ ਸਾਂਝ ਹੈ, ਜਿੰਨਾ ਉਹਨੂੰ ਵਕਤ ਚਾਹੀਦਾ ਉਹ ਵੀ ਦਿੱਤਾ ਜਾਵੇ। ਸੋ ਇਨ ਜਨਰਲ ਮੇਰੇ ਨਾਲ ਕਦੀ ਏਦਾਂ ਹੋਇਆ ਨਹੀਂ ਜੀ। ਔਰ ਭਾਜੀ ਅਕਸਰ ਕਿਹਾ ਜਾਂਦਾ ਕਿ ਮਤਲਬ ਫਨਕਾਰੀ ਇੱਕ ਐਸੀ ਚੀਜ਼ ਹੈ ਜਿਹਦੇ ਤੋਂ ਕਿਤੇ ਨਾ ਕਿਤੇ ਇਨਸਾਨ ਸਾਰਾ ਦਿਨ, ਤੁਸੀਂ ਹੁਣ ਸਾਰਾ ਦਿਨ ਲਿਖ ਵੀ ਨਹੀਂ ਸਕਦੇ, ਕਿਤੇ ਨਾ ਕਿਤੇ ਕੁਝ ਹੋਰ ਵੀ ਮਸ਼ਰੂਫ ਕਿਤੇ ਨਾ ਕਿਤੇ ਇਨਸਾਨ ਹੁੰਦਾ, ਕੁਛ ਨਾ ਕੁਛ ਬੰਦੇ ਦੇ ਸ਼ੌਂਕ ਹੁੰਦੇ ਆ। ਸੋ ਉਹ ਕਿਹੜੇ ਸ਼ੌਂਕ ਐਸੇ ਆ ਜਿਹੜੇ ਇਹਨਾਂ ਲੋਕਡਾਊਨ ਦੇ ਦਿਨਾਂ ਦੇ ਵਿੱਚ ਤੁਸੀਂ ਪੂਰੇ ਕਰ ਰਹੇ ਹੋ? ਨਹੀਂ, ਫਨਕਾਰੀ ਦੀਆਂ ਵੀ ਅਲੱਗ-ਅਲੱਗ ਸਟੇਜਸ ਨੇ ਨਾ। ਇੱਕ ਹੁੰਦਾ ਕਿ ਅੱਛਾ ਤੁਸੀਂ ਪੜ੍ਹ ਰਹੇ ਹੋ, ਇੱਕ ਹੈਗਾ ਤੁਸੀਂ ਲਿਖ ਰਹੇ ਹੋ, ਇੱਕ ਹੈਗਾ ਤੁਸੀਂ ਕੰਪੋਜ਼ ਕਰ ਰਹੇ ਹੋ, ਇੱਕ ਹੈਗਾ ਉਸ ਕੰਪੋਜੀਸ਼ਨ ਦਾ ਰਿਆਜ਼ ਕਰ ਰਹੇ ਹੋ, ਫਿਰ ਉਸ ਰਿਆਜ਼ਤ ਦਾ ਆਪਣੇ ਮਿਊਜ਼ੀਸ਼ੀਅਨ ਤੋਂ ਦੱਸ ਰਹੇ ਹੋ ਕਿ ਇਹਦੀ ਪੀਸ ਬਣਾ ਲਓ, ਫਿਰ ਉਹਦਾ ਰਿਦਮ ਸੈਕਸ਼ਨ, ਫਿਰ ਜੇ ਉਹਨੂੰ ਰਿਕਾਰਡਿੰਗ ਤੇ ਆਉਣਾ। ਸੋ ਇਹਦੀਆਂ ਬਹੁਤ ਸਾਰੀਆਂ ਫਾਰਮੇਸ਼ਨਸ ਨੇ। ਜਦੋਂ ਤੁਸੀਂ ਇੱਕ ਤੋਂ ਅੱਖਦੇ ਦੂਜਾ ਕਰ ਲੈਂਦੇ, ਤੀਜਾ ਕਰ ਲੈਂਦੇ, ਚਲੋ ਜੇ ਸਾਰੀ ਚੀਜ਼ ਚੋਂ ਨਿਕਲ ਕੇ ਫਿਰ ਤੁਸੀਂ ਆਪਣੇ ਗਾਰਡਨ 'ਚ ਘੁੰਮ ਲੈਂਦੇ ਆ, ਫੁੱਲਾਂ ਨੂੰ ਵੇਖ ਲੈਂਦੇ ਆ, ਚਿੜੀਆਂ ਦੀ ਵੀਡੀਓਜ਼ ਬਣਾ ਲੈਂਦੇ ਆ, ਹਨਾ। ਸੋ ਦਿਸ ਇਜ਼ ਨਾਈਸ। ਸਰਤਾਜ ਭਾਜੀ ਕਿਹੜੀਆਂ ਐਸੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬਿਜ਼ੀ ਲਾਈਫ ਦੇ ਵਿੱਚ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਮਿਸ ਕੀਤੀਆਂ ਔਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਨੂੰ ਗੌਰ ਨਾਲ ਦੇਖ ਰਹੇ ਹੋ? ਉਹ ਮੇਰਾ ਇਹ ਕੰਮ ਹੀ ਸੀਗਾ ਐਕਚੁਅਲੀ। ਕ੍ਰੀਏਟਿਵ ਆਰਟਿਸਟ ਜਿਹੜੇ ਹੁੰਦੇ ਆ ਨਾ, ਉਹਨਾਂ ਨੂੰ ਅਲੋਨ ਟਾਈਮ ਚਾਹੀਦਾ ਹੀ ਹੁੰਦਾ, ਸੈਪਰੇਸ਼ਨ ਚਾਹੀਦੀ ਹੀ ਹੁੰਦੀ ਹੈ ਸਮਹਾਉ। ਤੇ ਜਿਹੜੇ ਤੁਹਾਡਾ ਬਿਜ਼ਨਸ ਹੁੰਦੀ ਆ, ਸਕੈਜੂਲ ਦੀ ਫਸਲ, ਤੁਸੀਂ ਟੂਰਸ ਤੇ ਹੋ, ਜਿੱਦਾਂ ਹੁਣ ਸਾਡਾ UK ਟੂਰ ਸੀਗਾ ਜਿਹੜਾ ਕਿ ਮੁਲਤਵੀ ਕੀਤਾ, ਤੇ ਜਾਂ ਤੁਹਾਡੇ ਇੰਡੀਆ ਦੇ ਬਹੁਤ ਸਾਰੇ ਸ਼ੋਅ ਸਕੈਜੂਲਡ ਸੀਗੇ ਜਿਹੜੇ ਤੁਸੀਂ ਹੁਣ ਹਨਾ ਪੋਸਟਪੋਨ ਕੀਤੇ ਆ। ਉਹਨਾਂ ਦੀ ਵਜ੍ਹਾ ਕਰਕੇ ਤੁਸੀਂ ਆਪਣੇ ਆਪ ਨੂੰ ਸਪੈਸ਼ਲੀ ਕ੍ਰੀਏਟਿਵਲੀ ਪੋਇਟਰੀ ਦੇ ਲਈ ਟਾਈਮ ਨਹੀਂ ਦੇ ਪਾਉਂਦੇ ਸੀਗੇ। ਤੇ ਹੁਣ ਤੁਹਾਡੇ ਕੋਲ ਇੱਕ ਬਹੁਤ ਹੀ ਖੁੱਲਾ ਸਮਾਂ ਹੈ ਇਸ ਚੀਜ਼ ਦੇ ਲਈ। ਤੁਸੀਂ ਪੜ੍ਹ ਵੀ ਲੈਂਦੇ ਹੋ, ਲਿਖ ਵੀ ਲੈਂਦੇ ਹੋ, ਰਿਆਜ਼ ਵੀ ਕਰ ਲੈਂਦੇ ਹੋ। ਤੇ ਹਾਂਜੀ, ਦਿਸ ਵਾਜ਼ ਦੀ ਮਿਸਿੰਗ ਥਿੰਗ ਜੀ। ਔਰ ਭਾਜੀ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਮਤਲਬ ਕਿ ਕਿਹੜੀ ਇੱਕ ਐਸੀ ਚੀਜ਼ ਆ ਜਿਹੜੀ ਸਤਿੰਦਰ ਸਰਤਾਜ ਨੇ ਇਸ ਲੋਕਡਾਊਨ ਦੇ ਦੌਰਾਨ ਇੱਕ ਨਵੀਂ ਚੀਜ਼ ਸਿੱਖੀ? ਵੈਸੇ ਤਾਂ ਤੁਸੀਂ ਬਹੁਤ ਲਿਟਰੇਚਰ ਪੜ੍ਹਿਆ, ਸਾਰਾ ਕੁਝ ਮਤਲਬ, ਪਰ ਕਿਤੇ ਨਾ ਕਿਤੇ ਇਹ ਸਮੁੰਦਰ ਆ ਨਾ, ਉਸ ਸਮੁੰਦਰ 'ਚ ਗੋਤਾ ਮਾਰਨਾ ਬਹੁਤ ਜ਼ਰੂਰੀ ਹੁੰਦਾ। ਤੇ ਤੁਹਾਨੂੰ ਕੀ ਲੱਗਦਾ ਕਿਹੜੀ ਇੱਕ ਐਸੀ ਚੀਜ਼ ਆ ਜਿਹੜੀ ਤੁਸੀਂ ਲਾਈਫ ਦੇ ਵਿੱਚ ਪੜ੍ਹਨ ਲਿਖਣ ਦੇ ਵਿੱਚ ਮਿਸ ਕੀਤੀ ਸੀ ਔਰ ਇਸ ਲੋਕਡਾਊਨ ਦੇ ਵਿੱਚ ਤੁਸੀਂ ਉਹਨੂੰ ਪ੍ਰੋਪਰ ਟਾਈਮ ਦਿੱਤਾ?
somehow ਹੁਣ ਜਿਹੜੀ ਵੀ ਚੀਜ਼ ਤੁਹਾਡੇ ਕੋਲ ਆਉਂਦੀ ਆ, ਤੁਹਾਡੇ ਕੋਲ ਸਮਾਂ ਹੋਣ ਕਰਕੇ ਤੁਸੀਂ ਉਹ ਸਾਰੀ ਕੰਪਲੀਟਲੀ ਹੀ ਕਰਦੇ ਹੋ, ਹਨਾ। ਚਾਹੇ ਕੋਈ ਕਿਤਾਬ ਆ, ਚਾਹੇ ਕੋਈ ਸੀਰੀਜ਼ ਆ, ਜਾਂ ਕੋਈ ਫਿਲਮ ਆ, somehow ਜਿਹਨਾਂ ਦੀ ਜਿਹੜੀ ਵੀ ਨੇਚਰ ਆ। ਤੇ ਇਤਫਾਕ ਨਾਲ ਇਹੀ ਹੋਇਆ ਕਿ 111 ਸ਼ੇਰ ਦਾ ਜ਼ਫਰਨਾਮਾ ਸਾਹਿਬ ਆ, ਜਨਰਲੀ ਕੀ ਹੁੰਦਾ ਸੀਗਾ ਕਿ ਆਮ ਤਸਵੀਰਾਂ ਤੇ ਲਿਖਿਆ ਹੁੰਦਾ ਸੀ ਚੁਕਾਰ ਅਜ਼ਾਮਾ ਹੀਲ ਤੇ ਦਰਗੁਜ਼ਾਰ ਥਲਾਲ ਅਸਤਬਰਤਨ ਵ ਸ਼ਮਸ਼ੀਰ ਦਸਤ। ਉਹ ਸ਼ੇਰ ਸਾਰਿਆਂ ਨੂੰ ਪਤਾ ਹੁੰਦਾ ਸੀਗਾ ਕਿ ਅੱਛੇ ਜ਼ਫਰਨਾਮਾ ਸਾਹਿਬ ਦਾ ਸ਼ੇਰ, ਤੇ ਬਟ ਮੁਕੰਮਲ ਤੌਰ ਤੇ ਉਹ ਕਦੀ ਅਵੇਲੇਬਲ ਨਹੀਂ ਸੀਗਾ। ਸੋ ਸਮਹਾਉ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਇੱਕ ਏਡੀ ਵੱਡੀ ਰਚਨਾ ਦੀ ਰਿਸਰਚ ਕਰਨੀ ਬੇਸਿਕਲੀ, ਫਿਰ ਉਹਦੀਆਂ ਗ੍ਰਾਮੈਟਿਕਲੀ ਉਹਨੂੰ ਗੁਰਮੁਖੀ ਦੇ ਜਦੋਂ ਤਰਜਮਾ ਜਾਂ ਤਬਾਦਲੇ ਹੁੰਦੇ ਆ ਜਾਂ ਟ੍ਰਾਂਸਲੇਸ਼ਨਸ ਹੁੰਦੀਆਂ ਉਹਨੂੰ ਠੀਕ ਕਰਨਾ, ਫਿਰ ਪ੍ਰੋਨਾਂਸੀਏਸ਼ਨ ਵਾਈਜ਼, ਐਕਸੈਂਟ ਵਾਈਜ਼, ਡਿਕਸ਼ਨ ਵਾਈਜ਼ ਉਹਨੂੰ ਜਿੰਨਾ ਹੋ ਸਕਿਆ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਔਰ ਸਿਰਫ ਵੱਡੀ ਗੱਲ ਹੈ ਕਿ ਅਸੀਂ ਇੱਥੇ ਬੈਠ ਕੇ, ਮੈਂ ਜਿਵੇਂ ਤੁਸੀਂ ਦੇਖ ਸਕਦੇ ਹੋ ਆਈ ਥਿੰਕ ਨੋਟ ਕਿ ਆਹ ਮਾਈਕ ਲੱਗਾ ਹੋਇਆ ਜੀ, ਥੱਲੇ ਕੀਬੋਰਡ ਪਏ ਨੇ ਕਾਈਂਡ ਆਫ, ਸੋ ਇੱਥੇ ਬੈਠ ਕੇ ਹੀ ਮੈਂ ਇਕੱਲੇ ਨੇ ਰਿਕਾਰਡ ਕੀਤਾ ਬਿਕੋਜ਼ ਤੁਹਾਡੇ ਕੋਲ ਇਸ ਵਾਰੀ ਅਸਿਸਟੈਂਟ ਵੀ ਕੋਈ ਨਹੀਂ, ਰਿਕਾਰਡਿਸਟ ਕੋਈ ਨਹੀਂ, ਤੇ ਇਕੱਲੇ ਨੇ ਵੋਕਲ ਡਬ ਕਰਨੀ ਆ, ਮਾਊਸ ਵੀ ਮੈਨੇਜ ਕਰਨਾ, ਮਾਈਕ ਵੀ ਕਰਨਾ, ਕੀਬੋਰਡ ਵੀ ਕਰਨਾ ਹੈ, ਸਾਰਾ ਕੁਛ। ਬਟ ਸਮਹਾਉ ਇਟ ਵੈਂਟ ਬ੍ਰਿਲੀਅੰਟਲੀ। ਤੇ ਉਹਦੀਆਂ ਫਿਰ ਜਦੋਂ ਤੁਸੀਂ ਆਡੀਓਜ਼ ਭੇਜ ਦਿੰਦੇ ਹੋ UK ਮਿਊਜ਼ਿਕ ਡਾਇਰੈਕਟਰਸ ਨੂੰ, ਤੇ ਉਹ ਹੋ ਕੇ ਰਿਫਾਈਨ ਹੋ ਕੇ ਸੁਜੈਸ਼ਨਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਇਹ ਮੈਨੂੰ ਲੱਗਦਾ ਤਕਰੀਬਨ ਪਹਿਲੀ ਵਾਰੀ ਹੋਇਆ ਹੋਣਾ ਇਸ ਤਰ੍ਹਾਂ। ਸਰਤਾਜ ਭਾਜੀ, ਏਦਾਂ ਅਕਸਰ ਹੁੰਦਾ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕਰਦੇ ਹੋ, ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਕਾਫੀ ਗਾਣੇ ਐਸੇ ਕੀਤੇ ਜਿਨ੍ਹਾਂ ਦੀ ਡਿਊਰੇਸ਼ਨ ਬਹੁਤ ਜ਼ਿਆਦਾ ਲੰਬੀ ਸੀ, ਹਨਾ। ਲੋਕ ਅਕਸਰ ਕਹਿੰਦੇ ਆ ਕਿ ਕਮਰਸ਼ੀਅਲ ਜ਼ਮਾਨਾ ਚੱਲ ਰਿਹਾ, 3 ਮਿੰਟ ਤੋਂ ਉੱਪਰ ਕੋਈ ਗਾਣਾ ਨਹੀਂ ਚੱਲਦਾ, 4 ਮਿੰਟ ਤੋਂ ਉੱਪਰ ਕੋਈ ਗਾਣਾ ਨਹੀਂ ਚੱਲਦਾ, ਪਰ ਤੁਸੀਂ ਆ ਜਿੰਨੇ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਵਹਿਮ ਸੀਗੇ ਤੁਸੀਂ ਇਹ ਸਾਰੇ ਦੂਰ ਕੀਤੇ ਆ। ਤਾਂ ਜ਼ਫਰਨਾਮਾ ਵੀ ਇੱਕ ਉਹਨਾਂ ਦੇ ਵਿੱਚੋਂ ਹੀ ਇੱਕ ਐਸੀ ਰਚਨਾ ਹੈ। ਸੋ ਇਹਨਾਂ ਚੀਜ਼ਾਂ ਨੂੰ ਹੱਥ ਪਾਉਣ ਦਾ ਦਮ ਤੁਹਾਡੇ ਅੰਦਰ ਆਉਂਦਾ ਕਿੱਥੋਂ? ਥੈਂਕ ਯੂ ਰਾਜੀ। ਨਹੀਂ, ਇਹ ਦਮ ਦੀ ਗੱਲ ਨਹੀਂ, ਇਹ ਤੁਹਾਡੀ ਨੇਚਰ ਦੀ ਗੱਲ ਹੁੰਦੀ ਹੈ, ਫਿਤਰਤਨ ਇਹ ਚੀਜ਼ਾਂ ਹੁੰਦੀਆਂ ਤੁਹਾਡੇ ਕੋਲ। ਮੈਂ ਸਮਹਾਉ ਫੋਰਚੂਨੇਟਲੀ ਮੈਨੂੰ ਇੰਨਾ ਜ਼ਿਆਦਾ ਉਹਦਾ ਖਦਸ਼ਾ ਵੀ ਨਹੀਂ ਹੁੰਦਾ ਕਿ ਅੱਛਾ ਯਾਰ ਜਿਹੜਾ ਜਿੱਦਾਂ ਤੁਸੀਂ ਕਿਹਾ ਕਿ ਡਿਜੀਟਲੀ ਪਲੇਟਫਾਰਮਸ ਦੇ ਉੱਤੇ 3 ਮਿੰਟ ਤੋਂ ਵੱਧ ਚੀਜ਼ ਨੂੰ ਘੱਟ ਦੇਖਿਆ ਜਾਂਦਾ ਜਾਂ ਸਹਿ ਜਾਂਦਾ, ਜਦੋਂ ਘੱਟ ਵਿਊਜ਼ ਮਿਲਦੇ ਆ। ਮੇਰੀ ਥੋੜੀ ਜਿਹੀ ਨੇਚਰ 'ਚ ਹੈਗੀ ਆ, ਕਿਉਂਕਿ ਮੈਂ ਲਾਈਵ ਪਰਫਾਰਮਿੰਗ ਆਰਟਿਸਟ ਹਾਂ। ਮੈਂ ਹਮੇਸ਼ਾ ਚੀਜ਼ ਨੂੰ ਇਸ ਤਰ੍ਹਾਂ ਵੇਖਦਾ ਕਿ ਜਦੋਂ ਮੈਂ ਸਟੇਜ ਤੇ ਗਾਊਂਗਾ ਉਦੋਂ ਲੋਕਾਂ ਨੂੰ ਮੈਂ ਕੀ ਦੇਵਾਂਗਾ। ਖਾਸ ਤੌਰ ਤੇ ਆਰਤੀ ਸਾਹਿਬ ਦੀ ਜਦੋਂ ਅਸੀਂ ਰਿਕਾਰਡਿੰਗ ਕੀਤੀ ਉਹ 18 ਮਿੰਟ ਦੀ ਹੈ ਜੀ, 18 ਮਿੰਟ। ਸੋ ਇਹਦਾ ਮਤਲਬ ਕਿ 5 ਸੌਂਗਸ ਦਾ ਉਹਦੇ 'ਚ ਇਕੱਲੇ 'ਚ ਮੈਟਰ ਆ ਜੇ 3 ਮਿੰਟ ਦਾ ਹੋਇਆ, ਹਨਾ। ਸੋ ਜੇ ਤੁਸੀਂ ਇਹ ਸੋਚੋਗੇ ਫਿਰ ਤੁਸੀਂ ਉਹ ਕੰਮ ਕਦੀ ਕਰ ਹੀ ਨਹੀਂ ਸਕਦੇ। ਮੈਂ ਇਹ ਸੋਚਦਾ ਕਿ ਜਿਨ੍ਹਾਂ ਲੋਕਾਂ ਨੇ, ਕਿਉਂਕਿ ਜੇ ਲੱਭ ਲੈਣਗੇ ਆਪੇ ਜਿਸ ਨੂੰ ਤੋੜ ਹੋਏਗੀ ਹੋਏ, ਤੇਰੀ ਵੀ ਸਰਤਾਜ ਕਿਸੇ ਨੂੰ ਲੋੜ ਹੋਏਗੀ ਹੋਏ, ਪਰ ਜਿਸਨੇ ਪੀਣੀ ਦਾਰੂ ਉਸਨੇ ਕਾਹਵਾ ਕੀ ਕਰਨਾ, ਸਾਡਾ ਕਾਹਦਾ ਜ਼ੋਰ ਤੇ ਆਪਾਂ ਦਾਵਾ ਕੀ ਕਰਨਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਦਾਅਵੇ ਨਹੀਂ ਤੁਸੀਂ ਕਰ ਸਕਦੇ। ਮੈਂ ਸਿਰਫ ਇਹ ਕਹੂੰਗਾ ਕਿ ਜਿਹੜੀ ਤੁਹਾਡੀ ਫਿਤਰਤ ਆ, ਬੀਇੰਗ ਅ ਪੋਇਟ, ਬੀਇੰਗ ਅ ਕ੍ਰੀਏਟਿਵ ਆਰਟਿਸਟ, ਤੁਹਾਨੂੰ ਉਦੋਂ ਨਜ਼ਰੀਏ ਦੇ ਤੌਰ ਤੇ ਦੇਖਣਾ ਚਾਹੀਦਾ ਜੋ ਤੁਹਾਡਾ ਐਕਚੁਅਲੀ ਜ਼ਹਿਨੀ ਤੌਰ ਤੇ ਜਾਂ ਦਿਲੀ ਤੌਰ ਤੇ ਜੀ ਕਰਦਾ ਉਹ ਕੰਮ ਕਰੋ। ਉਹ ਅਲਟੀਮੇਟਲੀ ਸਰਾਇਆ ਹੀ ਜਾਣਾ, ਅੱਜ ਨਹੀਂ ਤੇ ਕੱਲ ਉਹਦੀ ਆਪਣੀ ਇੱਕ ਆਡੀਅנס ਹੁੰਦੀ ਆ, ਉਹ ਵੇਖ ਹੀ ਲੈਂਦੀ ਆ। ਔਰ ਭਾਜੀ ਬਹੁਤ ਮਤਲਬ ਇੱਕ ਬੜਾ ਅਲੱਗ ਵਿਸ਼ਾ ਸੀਗਾ ਦਾ ਬਲੈਕ ਪ੍ਰਿੰਸ, ਹਨਾ। ਉਹਦੇ ਗਾਣੇ ਇੰਨੀ ਮੁਹੱਬਤ ਨਾਲ, ਇੰਨੀ ਜ਼ਿਆਦਾ ਮਿਹਨਤ ਨਾਲ ਉਹਦੇ ਗਾਣੇ ਬਣੇ। ਬੀਤ ਜਾਣੀਆਂ ਗਾਣਾ, ਹਨਾ, ਜਿੰਨੇ ਵੀ ਮਤਲਬ ਬੀਤ ਜਾਣੀਆਂ ਇਜ਼ ਸਟਿਲ ਵਨ ਆਫ ਮਾਈ ਫੇਵਰੇਟ, ਜਿਹੜਾ ਮੈਂ ਮੈਨੂੰ ਲੱਗਦਾ ਦਿਨ 'ਚ ਇੱਕ ਵਾਰ ਤੇ ਉਹ ਗਾਣਾ ਜ਼ਰੂਰ ਸੁਣਨਾ, ਸੌਣ ਲੱਗੇ ਕਿਤੇ ਨਾ ਕਿਤੇ ਉਹ ਗਾਣਾ ਇੰਨਾ ਸਕੂਨ ਦਿੰਦਾ। ਸੋ ਸੱਸਾ ਸਰਤਾਜ ਤੇ ਸੱਸਾ ਸਕੂਨ, ਇਸ ਚੀਜ਼ ਨੂੰ ਭਾਜੀ ਪਰਸਨਲੀ ਤੁਹਾਨੂੰ ਕਿੰਨਾ ਕੁ ਸਕੂਨ ਮਿਲਦਾ ਇਸ ਚੀਜ਼ ਨੂੰ ਸੁਣਨ ਤੋਂ ਬਾਅਦ? ਇਹ ਮੈਨੂੰ ਵੀ ਤਕਰੀਬਨ ਰੀਸੈਂਟਲੀ ਪਤਾ ਲੱਗਿਆ। ਹਰ ਕੋਈ ਬੰਦਾ ਇਹ ਕਹਿੰਦਾ ਕਿ ਤੁਹਾਨੂੰ ਲੋਕ ਸਕੂਨ ਸਮਝਦੇ ਆ ਜਾਂ ਤੁਹਾਡੇ ਗੀਤਾਂ ਤੋਂ ਲੋਕਾਂ ਨੂੰ ਸਕੂਨ ਮਿਲਦਾ, ਤੇ ਇੱਕ ਤਾਂ ਬੜੀ ਇਹ ਕੰਟੈਂਟਮੈਂਟ ਦੀ ਗੱਲ ਹੈ। ਬੀਇੰਗ ਆਰਟਿਸਟ ਇਟ ਇਜ਼ ਵੈਰੀ ਸੈਟਿਸਫੈਕਟਰੀ ਕਿ ਜਦੋਂ ਲੋਕ ਤੁਹਾਨੂੰ ਇਸ ਤਰ੍ਹਾਂ ਸਮਝਦੇ ਆ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਦਾ ਉਹ ਹਿੱਸਾ ਹੋ ਜਿਹੜਾ ਉਹਨੂੰ ਵੀ ਚੰਗਾ ਲੱਗਦਾ, ਜਿਵੇਂ ਸਕੂਨ ਹਰ ਇੱਕ ਬੰਦੇ ਨੂੰ ਚੰਗਾ ਲੱਗਦਾ। ਤੇ ਬਹੁਤ ਜ਼ਿਆਦਾ ਓਵਰਵੈਲਮਿੰਗ ਇਹ ਮਤਲਬ ਕਿ ਅਹਿਸਾਸ ਆ, ਇੱਕ ਕਿਸਮ ਦੀ ਤੁਹਾਨੂੰ ਅਚੀਵਮੈਂਟ ਲੱਗਦੀ ਹੈ ਕਿ ਯਾਰ ਜੇਕਰ ਤੁਹਾਡੇ ਕਰਕੇ ਕਿਸੇ ਦੀ ਜ਼ਹਿਨੀਅਤ ਨੂੰ, ਕਿਸੇ ਦੇ ਦਿਲ ਨੂੰ ਕੋਈ ਆਰਾਮ ਮਿਲਦਾ, ਕੋਈ ਇਹੋ ਜਿਹਾ ਅਹਿਸਾਸ ਮਿਲਦਾ ਜਿਹਦੇ ਨਾਲ ਉਹਨੂੰ ਲੱਗਦਾ ਕਿ ਸਾਰਾ ਕੁਝ ਸੋਹਣਾ ਸਾਰਾ ਕੁਝ ਮਹਿਕਦਾ। ਸੋ ਇਟ ਇਜ਼ ਰੀਅਲੀ ਨਾਈਸ ਥਿੰਗ। ਭਾਜੀ ਮੈਂ ਤੁਹਾਨੂੰ ਇੱਕ ਗੱਲ ਪਰਸਨਲੀ ਦੱਸਣਾ ਚਾਹੁੰਦਾ ਕਿ ਸਾਈਂ ਆਉਣ ਤੇ ਮੇਰੀ ਉਮਰ ਇੰਨੀ ਜ਼ਿਆਦਾ ਨਹੀਂ ਸੀ। ਜਦੋਂ ਸਾਈਂ ਮੈਂ ਸੁਣਿਆ ਸੀ, ਮੈਂ ਆਪਣੇ ਬਚਪਨ 'ਚ ਸੁਣਿਆ ਸੀ, ਹਨਾ। ਮੈਨੂੰ ਲੱਗਦਾ ਵੀ 12-13 ਸਾਲ ਦਾ ਹੋਊਗਾ ਉਦੋਂ। ਔਰ ਉਸ ਤੋਂ ਬਾਅਦ ਮੈਨੂੰ ਤੁਹਾਡੇ ਨਾਲ ਇੰਨੀ ਮੁਹੱਬਤ ਹੋ ਗਈ, ਮੈਨੂੰ ਤੁਹਾਡਾ ਕੰਟੈਂਟ ਇੰਨਾ ਵਧੀਆ ਲੱਗਣ ਲੱਗ ਪਿਆ ਕਿ ਹੌਲੀ ਇੱਕ ਦਿਨ ਮੈਂ ਕਿਸੇ ਕਿਤਾਬਾਂ ਵਾਲੀ ਦੁਕਾਨ ਤੇ ਗਿਆ। ਮੈਂ ਉਹਨਾਂ ਨੂੰ ਜਾ ਕੇ ਕਿਹਾ, ਮੈਂ ਕਿਹਾ ਸਤਿੰਦਰ ਸਰਤਾਜ ਜੀ ਦੀ ਲਿਖੀ ਹੋਈ ਕੋਈ ਕਿਤਾਬ ਹੈਗੀ ਆ? ਤੇ ਉਹਨਾਂ ਨੇ ਕਿਹਾ ਕਿ ਸਤਿੰਦਰ ਜੀ ਦੀ ਕਿਤਾਬ ਹਜੇ ਤੱਕ ਸਾਡੇ ਕੋਲ ਪਹੁੰਚੀ ਨਹੀਂ। ਤੇ ਮੈਨੂੰ ਉਹ ਗੱਲ ਹਜੇ ਤੱਕ ਯਾਦ ਆ। ਮੈਂ ਕਿਉਂਕਿ ਸਾਈਂ ਸੁਣ ਕੇ ਮੈਨੂੰ ਏਦਾਂ ਲੱਗਦਾ ਸੀ ਕਿ ਪੱਕਾ ਤੁਹਾਡੀਆਂ ਕਿਤਾਬਾਂ ਵੀ ਮਾਰਕੀਟ 'ਚ ਆਉਂਦੀਆਂ ਹੋਣਗੀਆਂ।
ਤੇ ਭਾਈ ਮੈਨੂੰ ਇਹ ਦੱਸੋ ਕਿ ਕਿਤਾਬ ਵਾਲਾ ਜਿਹੜਾ ਸਰਪ੍ਰਾਈਜ਼ ਆ ਇਹ ਕਦੋਂ ਪੂਰਾ ਕਰ ਰਹੇ ਹੋ? ਸੱਚੀ ਜੇ ਤੁਸੀਂ ਮੰਨੋ ਤੇ ਕਾਫੀ ਦੇਰ ਤੋਂ ਇਹ ਸਾਡਾ ਪ੍ਰੋਜੈਕਟ ਸ਼ੁਰੂ ਹੋਇਆ ਜਦੋਂ ਮੈਂ ਯੂਐਸ ਟੂਰ ਤੇ ਸੀਗਾ ਤਕਰੀਬਨ 4 ਸਾਲ ਪਹਿਲਾਂ, ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਯੂਨੀਵਰਸਿਟੀ ਆ ਜਿਹਦੇ ਨਾਲ ਸਾਡਾ ਰਾਬਤਾ ਹੋਇਆ। ਉਹ ਕਹਿੰਦੇ ਕਿ ਵੀ ਵਾਂਟ ਟੂ ਪਬਲਿਸ਼ ਯੂਅਰ ਬੁੱਕ, ਤੇ ਉਹ ਮੇਰਾ ਇੱਕ ਥੀਸਿਸ ਹੈ ਜਿਹੜਾ ਮੇਰਾ ਡਾਕਟਰੇਟ ਦਾ PhD ਦਾ, ਉਹਨੂੰ ਥੋੜਾ ਜਿਹਾ ਰੀਫਰਬਿਸ਼ ਕਰਕੇ ਜਾਂ ਇੱਕ ਬੁੱਕ ਫਾਰਮ ਦੇ ਵਿੱਚ ਕਰਨਾ ਚਾਹੁੰਦੇ ਸੀਗੇ। ਉਸ ਤੋਂ ਬਾਅਦ ਇੱਕ ਹੋਰ ਗੱਲ ਚੱਲੀ ਕਿ ਜਿੰਨੀ ਸਾਡੀ ਪੋਇਟਰੀ ਐਟਲੀਸਟ ਰਿਲੀਜ਼ ਹੋ ਗਈ ਆ ਉਹਨੂੰ ਵਿਦ ਟ੍ਰਾਂਸਲੇਸ਼ਨਸ ਐਂਡ ਰੋਮਨ ਐਂਡ ਗੁਰਮੁਖੀ ਸਕ੍ਰਿਪਟ ਦੋਨਾਂ ਦੇ ਵਿੱਚ ਲਿਖ ਕੇ ਸਮਹੋ ਪ੍ਰਿੰਟ ਕਰਕੇ ਪਬਲਿਸ਼ ਕੀਤਾ ਜਾਵੇ। ਫਿਰ ਹੁਣ ਇਹ ਵੀ ਸਾਡੀ ਖੁਆਇਸ਼ ਹੈ ਕਿਉਂਕਿ ਜ਼ਫਰਨਾਮਾ ਸਾਹਿਬ ਦੇ ਵਿੱਚ ਜਿੰਨੀ ਸਾਡੀ ਮਿਹਨਤ ਹੋਈ ਹੈ ਰਿਸਰਚ ਦੇ ਬਾਵਜੂਦ, ਤੇ ਕੁਝ ਚੀਜ਼ਾਂ ਜਿਨ੍ਹਾਂ ਦੀ ਇਜ਼ਾਫਤ ਹੋਈ ਆ ਸਪੈਸ਼ਲੀ ਪਰਸ਼ੀਅਨ ਲੋਕਾਂ ਦੇ, ਇਰਾਨੀ ਲੋਕਾਂ ਦੇ ਅਸਿਸਟੈਂਸ ਦੇ ਨਾਲ ਜਾਂ ਹੋਰ ਜਿੰਨੀਆਂ ਚੀਜ਼ਾਂ ਹੋ ਸਕੀਆਂ ਉਹਨੂੰ ਥੋੜਾ ਜਿਹਾ ਹੋਰ ਪ੍ਰੋਫਾਊਂਡਲੀ ਪੋਰਟਰੇ ਕਰਕੇ। ਸੋ ਇਹ 2-3 ਪ੍ਰੋਜੈਕਟ ਜ਼ਰੂਰ ਸਾਡੇ ਜ਼ਿਹਨ 'ਚ ਹੈਗੇ ਆ। ਤੇ ਇੱਕ ਜਿੱਦਾਂ ਦਾ ਬਲੈਕ ਪ੍ਰਿੰਸ ਜਦੋਂ ਕੀਤੀ ਸੀ ਉਦੋਂ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਇੰਨੀ ਜ਼ਿਆਦਾ ਰਿਸਰਚ ਅਸੀਂ ਪਰਸਨਲੀ ਮੈਂ ਵੀ ਖੁਦ ਬਹੁਤ ਕੀਤੀ ਕਿ ਜਿੱਥੇ ਉਹ ਪੈਰਿਸ 'ਚ ਉਹਨਾਂ ਦੀ ਡੈਥ ਹੋਈ, ਜਾਂ ਵਿਕਟਰ ਨੇ ਜਿੱਥੇ ਰਹਿਣਾ ਸ਼ੁਰੂ ਕੀਤਾ ਉਹਨਾਂ ਦੇ ਬੇਟੇ ਨੇ, ਉਹਨਾਂ ਦੀ ਬੇਟੀ ਬੰਬਾ ਜਿਹੜੀ ਆ ਕੇ ਲਾਹੌਰ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਨਾਲ ਉਹਨਾਂ ਦੀ ਮੈਰਿਜ ਹੋਈ। ਸਾਰੀਆਂ ਚੀਜ਼ਾਂ ਹਿਸਟੋਰੀਕਲੀ ਇੱਕ ਬਾਉਂਡੇਜ ਕੰਮ ਜ਼ਰੂਰ ਹੈਗਾ, ਪਰ ਜਦੋਂ ਵੀ ਕਦੀ ਵਕਤ ਮਿਲਿਆ ਮਤਲਬ ਕਿਉਂਕਿ ਤੁਹਾਡਾ ਪਰਸਨਲ ਜਿਹੜਾ ਮੇਜਰਲੀ ਕੀਤਾ ਹੈ ਉਹ ਪਰਫਾਰਮਿੰਗ ਆਰਟ ਹੈ, ਤੁਹਾਡੇ ਸ਼ੋਜ਼ ਨੇ, ਤੁਸੀਂ ਟੂਰਸ ਤੇ ਰਹਿੰਦੇ ਹੋ, ਪਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ as soon as possible we will publish a book too। ਇਹਨਾਂ ਦਿਨਾਂ ਦੇ ਵਿੱਚ ਕਿਹੜੇ ਕੁਝ ਐਸੇ ਆਰਟਿਸਟ ਆ ਜਿਨ੍ਹਾਂ ਨੂੰ ਤੁਸੀਂ ਪਰਸਨਲੀ ਸੁਣ ਰਹੇ ਹੋ ਔਰ ਤੁਹਾਡੀ ਪਲੇਲਿਸਟ ਦੇ ਵਿੱਚ ਹੈਗੇ ਆ ਕਿ ਮਤਲਬ ਵੈਸੇ ਉਹਨਾਂ ਲਈ ਵੀ ਬਹੁਤ ਵੱਡੀ ਗੱਲ ਹੋਊਗੀ ਕਿ ਸਤਿੰਦਰ ਸਰਤਾਜ ਸਾਹਿਬ ਵੀ ਉਹਨਾਂ ਨੂੰ ਸੁਣਦੇ ਆ, ਸੋ ਕੁਝ 2-3 ਆਰਟਿਸਟਾਂ ਦੇ ਨਾਮ ਲਓ ਜਿਨ੍ਹਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਲਗਾਤਾਰ ਸੁਣ ਰਹੇ ਹੋ। ਵੈਸੇ ਤੁਹਾਨੂੰ ਹੋ ਸਕਦਾ ਲਿਟਲ ਔਡ ਲੱਗੇ, ਪਰ ਮੈਂ ਕਦੀ ਮਿਊਜ਼ਿਕ ਕਦਾ ਨੋਇੰਗਲੀ ਨਹੀਂ ਸੁਣਿਆ ਕਦੀ ਵੀ। ਇਹ ਸਡਨਲੀ ਹੁੰਦਾ ਕਿ ਤੁਸੀਂ ਫਰਜ਼ ਕਰੋ ਕਿਤੇ ਏਅਰਪੋਰਟ ਤੋਂ ਉਤਰੇ, ਜਿਹੜਾ ਬੰਦਾ ਤੁਹਾਨੂੰ ਲੈਣ ਆਇਆ ਉਹਦੀ ਕਾਰ ਦੇ ਵਿੱਚ ਕੋਈ ਮਿਊਜ਼ਿਕ ਚੱਲਦਾ ਸੀ, ਜਾਂ ਤੁਸੀਂ ਜਿਮ ਗਏ ਉੱਥੇ ਕੋਈ ਮਿਊਜ਼ਿਕ ਚੱਲਦਾ ਸੀ, ਜਾਂ ਸਮਹੋ ਕਿਸੇ ਰੈਸਟੋਰੈਂਟ 'ਚ ਗਏ ਉੱਥੇ ਕੋਈ ਮਿਊਜ਼ਿਕ ਚੱਲਦਾ ਸੀਗਾ। ਪਰਸਨਲੀ ਮੈਂ ਕਦੀ ਇਸ ਤਰ੍ਹਾਂ ਮਿਊਜ਼ਿਕ ਨਹੀਂ ਸੁਣਿਆ। ਮੇਰੀ ਜ਼ਿਆਦਾਤਰ ਰੀਡਿੰਗ ਦੀ ਹੈਬਿਟ ਆ, ਮਤਲਬ ਸਟੱਡੀ ਕਰਨ ਦੀ। ਸੋ ਪਤਾ ਨਹੀਂ ਉਹਦੇ ਪਿੱਛੇ ਸਬਕੌਂਸ਼ੀਅਸਲੀ ਕੋਈ ਰੀਜ਼ਨ ਹੋਊਗਾ, ਕਿਉਂਕਿ ਰੀਡਿੰਗ ਦੇ ਨਾਲ ਤੁਹਾਡੇ ਜਿਹੜਾ ਕਿ ਥਾਟ ਜ਼ਿਆਦਾ ਇਵੋਕ ਹੁੰਦੇ ਆ, ਤੁਸੀਂ ਹੋਰ ਜ਼ਿਆਦਾ ਸਿੱਖਦੇ ਹੋ ਬੀਇੰਗ ਅ ਪੋਇਟ। ਤੇ ਦੂਸਰਾ ਹੁੰਦਾ ਕਿ ਮਿਊਜ਼ੀਕਲੀ ਇਹ ਵੀ ਹੋ ਸਕਦਾ ਕਿ ਜਿਹਨਾਂ ਨੂੰ ਤੁਸੀਂ ਸੁਣੋਗੇ ਸ਼ਾਇਦ ਉਹਨਾਂ ਦਾ ਅਸਰ ਤੁਸੀਂ ਜ਼ਿਆਦਾ ਕਬੂਲ ਲਓ। ਜ਼ਾਹਿਰ ਜੀ ਗੱਲ ਹੈ ਜਿਹੜੇ ਵੱਡੇ ਆਰਟਿਸਟ ਜਿੱਦਾਂ ਮੈਂ ਨੁਸਰਤ ਸਾਹਿਬ ਨੂੰ ਬਹੁਤ ਬਚਪਨ ਦੇ ਵਿੱਚ ਸੁਣਿਆ, ਹੁਣ ਵੀ ਉਹਨਾਂ ਨੂੰ ਸੁਣਦਾ। ਜੇ ਤੁਸੀਂ ਵੈਸੇ ਨਾਮ ਗਿਣਨੇ ਹੋਣ ਫਿਰ ਤੇ ਖਾਨ ਸਾਹਿਬ ਦੀ ਲਿਸਟ ਦਾ ਸਭ ਤੋਂ ਉੱਪਰ ਨਾਮ ਆਉਂਦਾ ਨੁਸਰਤ ਅਲੀ ਖਾਨ ਸਾਹਿਬ ਦਾ। ਫਿਰ ਜਗਜੀਤ ਜੀ ਮੈਨੂੰ ਬਹੁਤ ਦਿਲ ਅਜ਼ੀਜ਼ ਨੇ, ਇੱਕ ਉਹਨਾਂ ਨਾਲ ਮੇਰੀ ਸਾਂਝ ਵੀ ਹੈ। ਮੇਰੀ ਸਭ ਤੋਂ ਪਹਿਲੀ ਐਲਬਮ ਉਹਨਾਂ ਦੇ ਕਨਸਰਟ ਟੋਰਾਂਟੋ ਰਿਲੀਜ਼ ਹੋਈ ਸੀ, ਇਸ ਕਰਕੇ ਸਾਈਂ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਦੀ ਜਦੋਂ ਵੀਡੀਓ ਰਿਲੀਜ਼ ਹੋਈ ਯੂਨੀਵਰਸਲ ਆਡੀਓ ਤੋਂ ਬੰਬੇ ਦੇ ਵਿੱਚ, ਉਦੋਂ ਵੀ ਉਹ ਆਏ ਸੀ। ਸੋ ਇੱਕ ਅਸੀਂ ਨਿਆਗਰਾ ਫਾਲ ਇਕੱਠੇ ਗਏ, ਗੱਲਾਂ ਕਰਦੇ ਰਹੇ। ਸੋ ਉਹਨਾਂ ਨਾਲ ਮੇਰਾ ਬਹੁਤ ਸੀਗਾ। ਕੰਟੈਂਪਰੇਰੀ ਅਰੀਜੀਤ ਸਿੰਘ ਹੋਣੀ ਮੈਨੂੰ ਇੰਨੇ ਜ਼ਿਆਦਾ ਦਿਲ ਅਫਰੋਜ਼ ਲੱਗਦੇ ਨੇ, ਕਿਉਂਕਿ ਹਾਲਾਂਕਿ ਉਹ ਪੋਇਟ ਨਹੀਂ ਆ ਤੇ ਕੰਪੋਜ਼ਰ ਜ਼ਾਹਿਰ ਜੀ ਗੱਲ ਹੋਣਗੇ, ਬਟ ਬੀਇੰਗ ਅ ਵੋਕਲਿਸਟ ਓਨਲੀ ਕਿਸੇ ਕੰਪੋਜੀਸ਼ਨ 'ਚ, ਕਿਸੇ ਸ਼ਾਇਰੀ 'ਚ ਜਾਂ ਕਿਸੇ ਆਰਟ ਦੇ ਵਿੱਚ ਇੰਨੀ ਜ਼ਿਆਦਾ ਇਮੋਸ਼ਨ ਭਰ ਦੇਣਾ, ਇਟ ਇਜ਼ ਰੀਅਲੀ ਅਮੇਜ਼ਿੰਗ। ਅੱਛਾ ਭਾਜੀ ਮੈਨੂੰ ਇੱਕ ਗੱਲ ਦੱਸੋ ਕਿ ਜਿੱਦਾਂ ਇਨਸਾਨ ਕਹਿੰਦੇ ਵੀ ਜੇ ਇੱਕ ਲੈਂਗੁਏਜ ਵੀ ਸਿੱਖਣ ਲੱਗੇ ਤਾਂ ਪੂਰੀ ਜ਼ਿੰਦਗੀ ਲੰਘ ਜਾਂਦੀ ਉਹਦੀ। ਤੁਸੀਂ ਇੰਨੀਆਂ ਜ਼ੁਬਾਨਾਂ ਸਿੱਖ ਲਈਆਂ, ਪਰ ਫਿਰ ਵੀ ਇੱਕ ਕੋਈ ਐਸੀ ਜ਼ੁਬਾਨ ਹੈਗੀ ਆ ਜਿਹਨਾਂ ਤੁਹਾਡਾ ਦਿਲੋਂ ਬਹੁਤ ਜ਼ਿਆਦਾ ਪਿਆਰ ਆ ਔਰ ਤੁਸੀਂ ਉਸ ਜ਼ੁਬਾਨ ਨੂੰ ਮਤਲਬ ਪੂਰਾ ਡੂੰਘਾਈ ਤੱਕ ਜਾ ਕੇ ਸਿੱਖਣਾ ਚਾਹੁੰਦੇ ਹੋ, ਔਰ ਲੋਕਡਾਊਨ ਦੇ ਦਿਨਾਂ 'ਚ ਵੀ ਕਿਤੇ ਨਾ ਕਿਤੇ ਸੋਚ ਰਹੇ ਹੋ ਉਸ ਜ਼ੁਬਾਨ ਨੂੰ ਸਿੱਖਣ ਬਾਰੇ? ਨਹੀਂ ਦੇਖੋ, ਤੁਹਾਡੀ ਸਭ ਤੋਂ ਦਿਲ ਅਫਰੋਜ਼ ਜ਼ੁਬਾਨ ਤਾਂ ਤੁਹਾਡੀ ਆਪਣੀ ਜ਼ੁਬਾਨ ਹੀ ਹੁੰਦੀ ਹੈ, ਜ਼ਾਹਿਰ ਜੀ ਗੱਲ ਹੈ, ਜਿਹਦੇ 'ਚ ਤੁਸੀਂ ਹਰ ਇਮੋਸ਼ਨ ਮਾਈਨਿਊਟਲੀ ਪੋਰਟਰੇ ਕਰ ਸਕਦੇ ਆ, ਤੇ ਉਹ ਪੰਜਾਬੀ ਹੀ ਹੈ, ਜ਼ਾਹਿਰ ਜੀ ਗੱਲ ਹੈ। ਔਰ ਉਸ ਤੋਂ ਬਾਅਦ ਜਿੱਦਾਂ ਫਾਰਸੀ ਦੀ ਆਪਾਂ ਗੱਲ ਕਰ ਰਹੇ, ਕਿਉਂਕਿ ਜ਼ਫਰਨਾਮਾ ਸਾਹਿਬ ਫਾਰਸੀ ਜ਼ੁਬਾਨ 'ਚ ਹੈ ਤੇ ਮੇਰੀ ਬੜੀ ਆਸ਼ਕੀ ਆ ਫਾਰਸੀ ਜ਼ੁਬਾਨ ਦੇ ਨਾਲ। ਮੈਂ ਉਹਦਾ ਸਰਟੀਫਿਕੇਟ ਕੋਰਸ ਡਿਪਲੋਮਾ ਕੀਤਾ ਸੀ ਔਰ ਮੈਨੂੰ 골ਡ ਮੈਡਲ ਮਿਲਿਆ ਸੀ ਯੂਨੀਵਰਸਿਟੀ ਦੇ ਵਿੱਚ, ਇਸ ਕਰਕੇ ਮੈਂ ਬੜੇ ਫਖਰ ਨਾਲ ਦੱਸਦਾ ਇਹੋ ਜਿਹੀਆਂ ਚੀਜ਼ਾਂ ਕਿ ਹਨਾ, ਕਿਉਂਕਿ ਇਰਾਨੀ ਮੈਂ ਜਿਵੇਂ ਇੱਕ ਇੰਡੀਆ ਦੇ ਵਿੱਚ ਬਹੁਤ ਹੀ ਵੈਲਦੀ ਫੈਮਿਲੀ ਆ, ਬਿਜ਼ਨਸ ਪਰਸਨ ਨੇ ਉਹ ਹਿੰਦੂਜਾਸ ਜਿਹੜੇ ਜਿਹਨੂੰ ਅਸ਼ੋਕ ਲੇਲੈਂਡ ਜਾਂ ਉਹਨਾਂ ਦੀਆਂ ਬੈਂਕਸ ਨੇ। ਤੇ ਜਦੋਂ ਕੇਨਸ ਫਿਲਮ ਫੈਸਟੀਵਲ 'ਚ ਦਾ ਬਲੈਕ ਪ੍ਰਿੰਸ ਦੇ ਵੇਲੇ ਮੈਂ ਗਿਆ ਤੇ ਉੱਥੇ ਉਹਨਾਂ ਦਾ ਇੱਕ ਬੰਗਲੋ ਆ ਹਿਲ ਦੇ ਉੱਤੇ, ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸ਼ਾਮ ਨੂੰ ਡਿਨਰ ਤੇ ਮੈਂ ਗਿਆ ਉੱਥੇ। ਉਹਨਾਂ ਨੂੰ ਬੜਾ ਚੰਗਾ ਲੱਗਿਆ ਕਿ ਯਾਰ ਹਿੰਦੁਸਤਾਨ ਤੋਂ, ਖਾਸ ਤੌਰ ਤੇ ਪੰਜਾਬ ਤੋਂ ਕੋਈ ਰਵਣ ਮੁੰਡਾ ਆਇਆ, ਤੇ ਉਹਨਾਂ ਦੇ ਹਿਸਾਬ ਨਾਲ ਤਾਂ ਹਨਾ ਇਹ ਬਹੁਤ ਛੋਟੀ ਜਿਹੀ ਏਜ ਆ ਕਿ ਹਨਾ ਇਹਨੇ ਫਿਲਮ ਇੰਟਰਨੈਸ਼ਨਲੀ ਕੀਤੀ ਆ, ਇੰਗਲਿਸ਼ 'ਚ ਕੀਤੀ ਹੈ। ਤੇ ਉਹਨਾਂ ਨਾਲ ਮੇਰੀ ਸਾਂਝ ਇਸ ਕਰਕੇ ਹੋਈ ਕਿ ਉਹਨਾਂ ਦੀ ਪੈਦਾਇਸ਼ ਪਰਵਰਿਸ਼ ਈਰਾਨ ਦੀ ਸੀ, ਤਹਿਰਾਨ ਦੀ ਸੀ, ਉਹ ਮਾਦਰੀ ਜ਼ੁਬਾਨ ਹੈ ਉਹਨਾਂ ਦੀ ਫਾਰਸੀ। ਸੋ ਮੈਂ ਜਦੋਂ ਉਹਨਾਂ ਨਾਲ ਬੋਲਦਾ ਸੀ, ਉਹਨਾਂ ਨੂੰ ਸੁਣਾਉਂਦਾ ਸੀ ਗਾ ਕੇ, ਤੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਸੀ। ਸੋ ਸਕੰਡਰੀ ਪਰਸ਼ੀਅਨ ਇਜ਼ ਓਬਵੀਅਸਲੀ ਮੇਰੀ ਪਸੰਦੀਦਾ ਜ਼ੁਬਾਨ ਹੈ।
ਥਰਡ ਜਦੋਂ ਬਲੈਕ ਪ੍ਰਿੰਸ ਕੀਤੀ ਤੇ ਤੁਹਾਡਾ ਰਾਬਤਾ ਹੋਇਆ, ਹਾਲਾਂਕਿ ਤੁਹਾਡੀ ਇੰਗਲਿਸ਼ ਜਿਹੜੀ ਆ 3rd 4th 5th ਲੈਂਗੁਏਜ ਹੁੰਦੀ ਹੈ ਜਨਰਲੀ ਜਦੋਂ ਤੁਸੀਂ ਇੱਥੇ ਪੰਜਾਬ 'ਚ ਸਕੂਲਿੰਗ ਹੁੰਦੀ ਆ ਤੁਹਾਡੀ ਜਾਂ ਵਟਐਵਰ, ਤੇ ਪਰ ਡਿਊਰਿੰਗ ਦੈਟ ਤੁਸੀਂ ਬ੍ਰਿਟਿਸ਼ ਲੋਕਾਂ ਨੂੰ ਮਿਲੇ, ਕੁਈਨਸ ਇੰਗਲਿਸ਼ ਦਾ ਐਕਸੈਂਟ ਉਹ ਵੀ 18th ਸੈਂਚੁਰੀ ਦਾ ਵਿਕਟੋਰੀਅਨ ਐਕਸੈਂਟ ਤੁਸੀਂ ਮੇਨਟੇਨ ਕਰਨਾ ਸੀ, ਕਿਉਂਕਿ ਜਿਹੜੀ ਇੰਗਲਿਸ਼ ਫਿਲਮ ਮੇਕਿੰਗ ਆ ਉਹ ਸਿੰਕ ਸਾਊਂਡ ਹੁੰਦੀ ਆ, ਉੱਥੇ ਤੁਹਾਨੂੰ ਸੈੱਟ ਤੇ ਫਾਈਨਲ ਡਾਇਲੋਗ ਡਿਲੀਵਰ ਕਰਨਾ ਪੈਂਦਾ, ਤੇ ਉਹਦੇ ਕਰਕੇ ਉਹਦੇ ਨਾਲ ਬਹੁਤ ਜ਼ਿਆਦਾ ਰਾਬਤਾ ਹੋਇਆ, ਤੁਹਾਨੂੰ ਉਹਦੀਆਂ ਬਾਰੀਕੀਆਂ ਪਤਾ ਲੱਗੀਆਂ, ਉਹਦੀ ਖੂਬਸੂਰਤੀ, ਉਹਦੀਆਂ ਡਾਇਮੈਂਸ਼ਨਸ, ਉਹਦੀ ਵਰਸਟੈਲਿਟੀ, ਉਹਦੀਆਂ ਉਹਦੀ ਕੈਪੈਸਿਟੀ ਖਾਸ ਤੌਰ ਤੇ ਇੰਨੀ ਜ਼ਿਆਦਾ। ਸੋ ਇਹ ਸਾਰੀਆਂ ਲੈਂਗੁਏਜ ਮੈਨੂੰ ਉਰਦੂ ਆਬਵੀਅਸਲੀ ਬੜੀ ਚੰਗੀ ਲੱਗਦੀ ਹੈ ਜੀ। ਔਰ ਭਾਜੀ ਮਤਲਬ ਜਿੱਦਾਂ ਜ਼ੁਬਾਨਾਂ ਦੀ ਗੱਲ ਚੱਲੀ ਆ, ਤੇ ਭਾਜੀ ਕਿਤੇ ਨਾ ਕਿਤੇ ਤੁਹਾਡਾ ਪਾਕਿਸਤਾਨ ਦੇ ਨਾਲ, ਜਿੱਦਾਂ ਤੁਹਾਡਾ ਤੁਸੀਂ ਕਿਸੇ ਗਾਣੇ 'ਚ ਜ਼ਿਕਰ ਵੀ ਕੀਤਾ ਸੀ ਕਿ ਇੱਕ ਦਿਲੀ ਤਮੰਨਾ ਸ਼ਾਇਦ ਵੀ ਸਰਹੱਦ ਤੋਂ ਪਾਰ ਵੀ ਜਾਏ, ਹਨਾ। ਸੋ ਭਾਜੀ ਜੇ ਉੱਥੇ ਜਾਣ ਦਾ ਮੰਨ ਲਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੀ ਮੌਕਾ ਮਿਲੇ, ਹਨਾ, ਜਿੱਦਾਂ ਕਿਸੇ ਹਰ ਇੱਕ ਪੰਜਾਬੀ ਆਰਟਿਸਟ ਦਾ ਪਾਕਿਸਤਾਨ ਨਾਲ ਕਿਤੇ ਨਾ ਕਿਤੇ ਇਸ਼ਕ ਤੇ ਹੈ ਹੀ, ਤੇ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਉੱਧਰ ਜਾ ਕੇ ਕਿਹੜੀਆਂ ਐਸੀਆਂ ਚੀਜ਼ਾਂ ਹੈਗੀਆਂ 2-3 ਜਿਹੜੀਆਂ ਤੁਸੀਂ ਸਭ ਤੋਂ ਪਹਿਲਾਂ ਕਰਨੀਆਂ ਚਾਹੋਗੇ ਔਰ ਉਹ ਤੁਸੀਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੋਗੇ? ਉਹ ਤੇ ਫਿਹਰਿਸਤ ਬਹੁਤ ਲੰਬੀ ਹੈ ਜੀ ਐਕਚੁਅਲੀ, ਕਿਉਂਕਿ ਸਾਡਾ ਉਹ ਪੰਜਾਬ ਦਾ ਹੀ ਹਿੱਸਾ ਆ। ਮੈਂ ਕਹਿੰਦਾ ਸੀ ਮੋਗੇ ਤੋਂ ਘੋੜੀਆਂ ਵਾਲੇ ਤੁਰਨ ਮੁਲਤਾਨ ਦੇ ਰਸਤੇ ਪਿਸ਼ੌਰੀ ਬਲਦ ਵੇਚਣ ਲਈ ਗੁਰਾਇਆ ਮੰਡੀਆਂ ਹੋਵਣ, ਹੈ ਕਰੀ ਨਾ ਕੰਮ ਕੋਈ ਐਸਾ ਕਿ ਮਗਰੋਂ ਭੰਡੀਆਂ ਹੋਵਣ, ਕਿ ਮੁਰਦਾਬਾਦ ਲਿਖ ਲੋਕਾਂ ਨਾ ਫੜੀਆਂ ਝੰਡੀਆਂ ਹੋਵਣ, ਚਲੋ ਹੋਇਆ ਜੋ ਹੋਇਆ ਪਾ ਦਿਓ ਮਿੱਟੀ ਕੇ, ਅੱਜ ਮੁੜ ਕੇ ਜੇ ਉੱਪਰੋਂ ਭਗਤ ਸਿੰਘ ਵੇਖੇ ਤਾਂ ਟੁੱਟੀਆਂ ਗੰਢੀਆਂ ਹੋਵਣ, ਹਵਾਵਾਂ ਗਰਮ ਜ਼ਿਆਦਾ ਆਈਆਂ ਬੜੇ ਨੁਕਸਾਨ ਹੋਏ ਨੇ, ਕਿ ਹੁਣ ਸਰਤਾਜ ਦੀ ਬਿਨਤੀ ਹਵਾਵਾਂ ਠੰਡੀਆਂ ਹੋਵਣ। ਬਹੁਤ ਕੁਛ ਮਤਲਬ ਮੁਲਕਾਂ ਦੇ ਵਿੱਚ ਤਲਖੀਆਂ ਵੀ ਹੋ ਜਾਂਦੀਆਂ ਨੇ, ਪਰ ਮੈਂ ਜਿੱਦਾਂ ਕਿਹਾ ਸੀਗਾ ਕਿ ਅਸੀਂ ਲੜ ਵੀ ਲੈਂਦੇ ਹਾਂ ਤੇ ਛੇਤੀ ਬੋਲੀ ਦਾ, ਅਸੀਂ ਜਲਦੀ ਜੱਫੀਆਂ ਪਾਉਣ ਦਾ ਮੌਕਾ ਟੋਲੀ ਦਾ, ਜਿਉਂ ਹਿੰਦ ਤੇ ਪਾਕਿਸਤਾਨ ਸ਼ੁਦਾਈ ਇੱਕੋ ਜਿਹੇ, ਦੋਵੇਂ ਹੀ ਨਾਦਾਨ ਸ਼ੁਦਾਈ ਇੱਕੋ ਜਿਹੇ। ਸੋ ਸਾਨੂੰ ਮੁਹੱਬਤ ਦਾ ਹੀ ਵਰਤਾਰਾ ਕਰਨਾ ਚਾਹੀਦਾ ਬੀਇੰਗ ਐਨ ਆਰਟਿਸਟ ਦਾ। ਜ਼ਾਹਿਰ ਦੀ ਗੱਲ ਮੇਰੀਆਂ ਖੁਆਇਸ਼ਾਂ ਦੇ ਵਿੱਚ ਜ਼ਾਹਿਰੀ ਪਹਿਲੀ ਗੱਲ ਤਾਂ ਇਹ ਕਹਿੰਦੇ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਦੁਨੀਆ ਤੇ ਆਇਆ ਨਹੀਂ। ਸੋ ਤੁਸੀਂ ਲਾਹੌਰ ਦੀਆਂ ਗਲੀਆਂ 'ਚ ਘੁੰਮੋਗੇ, ਉਹਨਾਂ ਥਾਵਾਂ ਨੂੰ ਵੇਖੋਗੇ, ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਜਿੱਥੇ ਦਲੀਪ ਸਿੰਘ ਹੁਣੀ ਰਹੇ, ਹਨਾ, ਉਹ ਚੀਜ਼ਾਂ ਜ਼ਾਹਿਰ ਦੀ ਗੱਲ ਦੇਖਣਾ ਚਾਹੂੰਗੇ। ਖਾਨ ਸਾਹਿਬ ਨੁਸਰਤ ਅਲੀ ਖਾਨ ਸਾਹਿਬ ਦਾ ਘਰ ਜਿਹੜਾ, ਹਨਾ, ਤੇ ਉੱਥੇ ਜਾਣ ਦੀ ਖੁਆਇਸ਼ ਹੋਊਗੀ। ਬਾਬਾ ਬੁੱਲੇ ਸ਼ਾਹ ਸਾਹਿਬ ਦੀ ਮਜ਼ਾਰ, ਨਨਕਾਣਾ ਸਾਹਿਬ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਐਕਚੁਅਲੀ। ਕਸੂਰ। ਕਿਆ ਬਾਤ ਹੈ, ਥੈਂਕ ਯੂ ਸੋ ਮਚ ਭਾਜੀ। ਹੁਣ ਤੱਕ 9X ਸੈਸ਼ਨ ਲੋਕਡਾਊਨ ਸਪੈਸ਼ਲ ਦੇ ਵਿੱਚ ਜਿੰਨੇ ਵੀ ਐਪੀਸੋਡਸ ਕੀਤੇ ਆ, ਸਭ ਤੋਂ ਜ਼ਿਆਦਾ ਇੱਕ ਐਸਾ ਐਪੀਸੋਡ ਜਿਹਦੇ ਵਿੱਚ ਮੈਨੂੰ ਪਤਾ ਨਹੀਂ ਲੱਗਾ ਟਾਈਮ ਕਦੋਂ ਬੀਤ ਗਿਆ, ਔਰ ਭਾਜੀ ਇੰਨੀਆਂ ਸੋਲਫੁਲ ਗੱਲਾਂ ਕਰਨ ਦੇ ਲਈ, ਇੰਨੀਆਂ ਰੂਹਾਨੀਅਤ ਭਰੀਆਂ ਗੱਲਾਂ ਕਰਨ ਦੇ ਲਈ ਥੈਂਕ ਯੂ ਸੋ ਮਚ ਭਾਜੀ। ਥੈਂਕ ਯੂ ਰਾਜੀਤ। ਹੁਣ ਤੁਸੀਂ ਆਪਣੇ ਵੱਲੋਂ ਤਕੀਦ ਕਰਿਓ, ਮੈਨੂੰ ਪਤਾ 9X ਸਟੇਸ਼ਨ ਦੀ ਜਿਹੜੀ ਆਡੀਅנס ਹੈ ਬਹੁਤ ਹੀ ਅਰਬਨ ਆ ਔਰ ਯੰਗ ਆਡੀਅנס ਹੈ ਤੁਹਾਡੀ, ਪਰ ਜਿਹੜਾ ਜ਼ਫਰਨਾਮਾ ਸਾਹਿਬ ਆ, ਮੈਂ ਚਾਹੁੰਦਾ ਕਿ ਜਿਹੜੀ ਤੁਹਾਡੇ ਵਰਗੀ ਮਿਲੇਨੀਅਨ ਕਿਡਸ ਦੀ ਬਰੀਡ ਹੈ, ਯੰਗਸਟਰਸ ਨੇ, ਉਹ ਇਹਨਾਂ ਚੀਜ਼ਾਂ ਨਾਲ ਜੁੜਨ। ਸੋ ਤੁਸੀਂ ਹਾਲਾਂਕਿ ਜ਼ਬਾਨੇ ਫਾਰਸੀ 'ਚ ਪਰ ਇਹਦੇ ਉੱਤੇ ਟ੍ਰਾਂਸਲੇਸ਼ਨਸ ਹੈਗੀਆਂ ਨੇ ਗੁਰਮੁਖੀ 'ਚ ਵੀ ਤੇ ਇੰਗਲਿਸ਼ 'ਚ ਵੀ, ਸੋ ਤੁਸੀਂ ਜ਼ਰੂਰ ਸੁਣਿਓ ਤੇ ਘੱਟੋ ਘੱਟ ਕੋਸ਼ਿਸ਼ ਕਰਿਓ ਕਿ ਤੁਸੀਂ ਇਹਦੇ ਨਜ਼ਦੀਕ ਹੋ ਸਕੋ। ਇਹ ਸਾਡਾ ਵਿਰਸਾ, ਸਾਡੀ ਵਿਰਾਸਤ, ਸਾਡੀ ਤਵਾਰੀਖ ਦਾ ਹਿੱਸਾ ਹੈ। ਸੋ ਚੜ੍ਹਦੀ ਕਲਾ 'ਚ ਰਹੋ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਭਾਜੀ। ਘਰੇ ਬਹਿ ਕੇ ਕਰੋ ਯਾਰਾਂ ਨਾਲ ਗੱਲਾਂ। 9X Station Lockdown Special।